ਸਲੋਕ ਸਰਗੁਣ ਨਿਰਗੁਣ ਨਿਰੰਕਾਰ। ਸੁਨ ਸਮਾਧੀ ਆਪ ਆਪਨ ਕੀਆ ਨਾਨਕਾ, ਆਪੇ ਹੀ ਫਿਰ ਜਾਪ। ਅਸ਼ਟਪਦੀ ਜਬ ਆਕਾਰ ਇਹ ਕਛ ਨ ਦ੍ਰਿਸ਼ਟਿਤਾ, ਪਾਪ ਪੁੰਨ ਤਬ ਕਹਿਤੇ ਹੋਤਾ। ਜਬ ਧਾਰੀ ਆਪਨ ਸੁਨ ਸਮਾਦ, ਤਬ ਬੈਰ ਵਿਰੋਧ ਕਿਸ ਸੰਗ ਕਮਾਤ। ਜਬ ਇਸ ਕਾ ਬਰਨ ਚਿਹਨ ਨਾ ਜਾਪਤ, ਤਬ ਹਰਖ ਸੋਗ ਕਹੋ ਕਿਸੇ ਵਿਆਪਤ। ਜਬ ਆਪਣੇ ਆਪ ਆਪ ਪਾਰ ਬ੍ਰਹਮ, ਤਬ ਮੋਹ ਕਹਾਂ ਕਿਸ ਹੋਵਤ ਭਰਮ। ਆਪਨ ਖੇਲ ਆਪ ਵਰਤੀਜਾ, ਨਾਨਕ ਕਰਨੈ ਹਾਰ ਨਾ ਦੂਜਾ। ਆਪਨ ਖੇਲ ਆਪ ਵਰਤੀਜਾ, ਨਾਨਕ ਕਰਨੈ ਹਾਰ ਨਾ ਦੂਜਾ। ਰਹਿਮਤਾਂ ਦੇ ਘਰ, ਦਇਆ ਦੇ ਖਜ਼ਾਨੇ, ਮਾਲਕੇ ਕੁਲ ਕਾਇਨਾਤ, ਸਰਬ ਕਲਾ ਸਮਰੱਥ ਦਤਾਰ ਪਿਤਾ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਬਾਪੂ ਜੀ ਦੇ ਪਾਵਨ ਚਰਨਾਂ ਦਾ ਆਓ ਜੀ ਧਿਆਨ ਧਰੀਏ, ਸਤਿਕਾਰ ਨਾਲ ਗੁਰੂ ਦੇ ਪਿਆਰ ਵਿੱਚ ਭਿੱਜੀਏ ਅਤੇ ਸਾਹਿਬਾਂ ਦੇ ਚਰਨਾਂ ਵਿੱਚ ਨਵਾਈਏ ਸੀਸ। ਆਖੀਏ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰ ਵਾਲਿਓ, ਸਭ ਤੋਂ ਪਹਿਲਾਂ ਸ੍ਰੀ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਦਾ ਕੋਟਾਨ ਕੋਟ ਸ਼ੁਕਰਾਨਾ ਹੈ, ਜਿਨ੍ਹਾਂ ਨੇ ਆਪਣੇ ਇਸ ਬੱਚੇ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖਿਆ ਹੈ। ਸਤਿਗੁਰੂ ਨੇ ਕਿਰਪਾ ਕੀਤੀ ਹੈ, 20 ਅਸ਼ਟਪਦੀਆਂ ਕੰਪਲੀਟ ਹੋਈਆਂ ਨੇ। ਅੱਜ ਅਸੀਂ ਪ੍ਰਵੇਸ਼ ਕੀਤਾ ਹੈ 21 ਨੰਬਰ ਅਸ਼ਟਪਦੀ ਦੇ ਵਿੱਚ। 21 ਨੰਬਰ ਜਿਹੜੀ ਅਸ਼ਟਪਦੀ ਹੈ, ਸਤਿਗੁਰੂ ਨੇ ਇਸ ਅਸ਼ਟਪਦੀ ਦੀ ਸ਼ੁਰੂਆਤ ਅਕਾਲ ਪੁਰਖ ਵਾਹਿਗੁਰੂ ਦੇ ਉਸ ਰੂਪ ਤੋਂ ਕੀਤੀ ਹੈ, ਜਿਹੜਾ ਰੂਪ ਨਿਰੰਕਾਰ ਅਕਾਲ ਪੁਰਖ ਵਾਹਿਗੁਰੂ ਦਾ ਅਸਲ ਆਪਣਾ ਪਿਆਰਾ ਰੂਪ ਹੈ। ਪਰਮਾਤਮਾ ਦੇ ਬਹੁਤ ਸਾਰੇ ਰੂਪ ਨੇ, ਜਿਵੇਂ ਧੰਨ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਨੇ ਕਿਹਾ ਕਿ ਪਰਮਾਤਮਾ ਦੇ ਬਹੁਤ ਸਾਰੇ ਨਾਮ ਵੀ ਨੇ, ਪਰ ਸਤਨਾਮ ਤੇਰਾ ਪਰਾ ਪੂਰਬਲਾ, ਪਰ ਤੇਰਾ ਇੱਕ ਨਾਮ ਐਸਾ ਹੈ ਜਿਹੜਾ ਤੇਰਾ ਹਮੇਸ਼ਾ ਰਹਿਣ ਵਾਲਾ ਹੈ, ਉਹ ਸਤਨਾਮ, ਭਾਵ ਤੂੰ ਸਦਾ ਰਹਿਣ ਵਾਲਾ ਹੈ। ਇਹ ਤੋਂ ਇਲਾਵਾ ਪਰਮਾਤਮਾ ਨੂੰ ਕਰਤਾ ਪੁਰਖ ਆਖਿਆ ਜਾਂਦਾ ਹੈ, ਅਕਾਲ ਪੁਰਖ ਆਖਿਆ ਜਾਂਦਾ ਹੈ, ਹਰੀ ਆਖਿਆ ਜਾਂਦਾ ਹੈ, ਰਾਮ ਆਖਿਆ ਜਾਂਦਾ ਹੈ, ਅੱਲਾ ਆਖਿਆ ਜਾਂਦਾ ਹੈ, ਗੌੜ ਆਖਿਆ ਜਾਂਦਾ ਹੈ, ਲੌਡ ਆਖਿਆ ਜਾਂਦਾ ਹੈ। ਬਹੁਤ ਸਾਰੇ ਨਾਮ ਦਿੱਤੇ ਜਾ ਸਕਦੇ ਨੇ। ਰਹੀਮ ਹੈ, ਕਰੀਮ ਹੈ, ਦਇਆਵਾਨ ਹੈ, ਦਇਆਲ ਹੈ, ਬਹੁਤ ਸਾਰੇ ਨਾਮ ਨੇ। ਸਤਿਗੁਰੂ ਜੀ ਨੇ ਆਖਿਆ ਵੀ ਅਕਾਲ ਪੁਰਖ ਵਾਹਿਗੁਰੂ ਦੇ ਜਿਹੜੇ ਪਿਆਰੇ ਸਰੂਪ ਨੇ, ਸਾਨੂੰ ਉਹਦੇ ਨਾਲ ਆਪਣਾ ਚਿੱਤ ਜੋੜਨਾ ਚਾਹੀਦਾ ਹੈ। ਆਓ ਜੀ ਨਵਾਈਏ ਸੀ ਸਤਿਗੁਰਾਂ ਦੇ ਚਰਨਾਂ ਵਿੱਚ ਤੇ ਇਸ ਅਸ਼ਟਪਦੀ ਦੀ ਸ਼ੁਰੂਆਤ ਕਰੀਏ। ਸਤਿਗੁਰੂ ਦੇ ਜਿਹੜੇ ਬਚਨ ਨੇ ਉਹਨਾਂ ਨੂੰ ਜੀਵਨ 'ਚ ਢਾਲੀਏ। ਸਲੋਕ ਸਰਗੁਣ ਨਿਰਗੁਣ ਨਿਰੰਕਾਰ। ਤਿੰਨ ਗੱਲਾਂ। ਸਰਗੁਣ, ਸਰਗੁਣ ਦਾ ਮਤਲਬ ਹੁੰਦਾ ਹੈ ਮਾਇਆ ਦੇ ਤਿੰਨਾਂ ਗੁਣਾਂ ਵਾਲਾ, ਰਜੋ ਤਮੋ ਸਤੋ, ਮਾਇਆ ਦੇ ਜਿਹੜੇ ਤਿੰਨ ਗੁਣ ਨੇ, ਭਾਵ ਕਿ ਸਰਗੁਣ ਸਾਰਿਆਂ ਵਿੱਚ ਵਸਣ ਵਾਲਾ, ਮਤਲਬ ਕਿ ਸਰੀਰਕ ਰੂਪ ਦੇ ਵਿੱਚ ਰਹਿਣ ਵਾਲਾ। ਸਰਗੁਣ ਮੇਰੇ 'ਚ ਹੈ, ਤੁਹਾਡੇ 'ਚ ਹੈ, ਸਰੀਰਕ ਰੂਪ ਦੇ ਵਿੱਚ ਹੈ। ਸਰਗੁਣ ਰੂਪ ਦੇ ਵਿੱਚ ਪਰਮਾਤਮਾ ਕਿਤੇ ਗੋਰੇ ਰੰਗ ਵਾਲਾ ਹੈ, ਮੈਂ ਖੁੱਲ੍ਹ ਕੇ ਸਮਝਾਉਣਾ, ਪਰਮਾਤਮਾ ਕਿਤੇ ਗੋਰੇ ਰੰਗ ਵਾਲਾ ਹੈ, ਕਿਤੇ ਕਾਲੇ ਰੰਗ ਵਾਲਾ ਹੈ, ਕਿਤੇ ਪਰਮਾਤਮਾ ਅਮੀਰ ਹੈ, ਕਿਤੇ ਪਰਮਾਤਮਾ ਗਰੀਬ ਹੈ, ਕਿਤੇ ਪਰਮਾਤਮਾ ਨੂੰ ਉੱਚੀ ਜਾਤ ਵਾਲਾ ਕਿਹਾ ਜਾਂਦਾ, ਕਿਤੇ ਨੀਵੀਂ ਜਾਤ ਵਾਲਾ ਕਿਹਾ ਜਾਂਦਾ। ਸਰਗੁਣ ਭਾਵ ਜਦੋਂ ਸਾਰਿਆਂ ਦੇ ਵਿੱਚ ਵਸਦਾ ਹੈ, ਭਾਵ ਜਦੋਂ ਸਾਰਿਆਂ ਰੂਪਾਂ ਨੂੰ ਧਾਰਨ ਕਰਦਾ ਹੈ, ਉਹਨੂੰ ਸਰਗੁਣ ਆਖਿਆ ਜਾਂਦਾ ਹੈ। ਭਾਵ ਕਿ ਸਤਿਗੁਰੂ ਨੇ ਕਿਹਾ ਵੀ ਰੱਬ ਨੂੰ ਨਾ ਦੂਰ ਨਹੀਂ ਕਰਨਾ, ਇਹ ਸੋਚ ਕੇ ਚਲੋ ਸਾਰਿਆਂ ਵਿੱਚ ਇੱਕ ਸਮਾਨ ਹੈ। ਸਰਗੁਣ ਮਾਇਆ ਦੇ ਤਿੰਨਾਂ ਗੁਣਾਂ ਨੂੰ ਜਿਉਂਦਾ ਹੈ, ਉਹ ਸਾਡੇ ਵਿੱਚ ਵਸਦਾ ਹੈ। ਮੋਹ ਰੂਪ ਵੀ ਹੈ, ਕ੍ਰੋਧ ਰੂਪ ਵੀ ਹੈ, ਪਿਆਰ ਰੂਪ ਵੀ ਹੈ, ਸਾਡੇ ਵਿੱਚ ਜਿਉ ਰਿਹਾ ਉਹ। ਫਿਰ ਅਗਲੀ ਗੱਲ ਨਿਰਗੁਣ, ਭਾਵ ਕਿ ਤੂੰ ਜਿੱਥੇ ਸਰਗੁਣ ਹੈ
ਵਾਹਿਗੁਰੂ ਤੂੰ ਸਾਰਿਆਂ ਵਿੱਚ ਵਸਦਾ ਹੈ। ਜਿੱਦਾਂ ਮੈਂ ਕੱਲ ਵੀ ਕਿਹਾ ਸੀ, ਸਭ ਮੈਂ ਜੋਤ ਜੋਤ ਹੈ ਸੋਏ, ਉਹ ਸਭ ਵਿੱਚ ਹੈ। ਪਰ ਅਗਲਾ ਸਰੂਪ ਹੈ ਨਿਰਗੁਣ, ਸਰਗੁਣ ਤੇ ਨਿਰਗੁਣ। ਭਾਵ ਨਿਰਗੁਣ, ਤੂੰ ਮਾਇਆ ਦੇ ਤਿੰਨਾਂ ਗੁਣਾਂ ਤੋਂ ਪਰੇ ਹੈ। ਭਾਵ ਤੂੰ ਸਭਨਾਂ ਵਿੱਚ ਵਸਦਾ ਹੋਇਆ ਵੀ ਸਭ ਤੋਂ ਪਰੇ ਹੈ। ਤੇਰੇ ਉੱਤੇ ਮਾਇਆ ਦੇ ਜਿਹੜੇ 3 ਗੁਣ ਨੇ ਪ੍ਰਭਾਵ ਨਹੀਂ ਪਾ ਸਕਦੇ, ਤੂੰ ਇਹਨਾਂ ਤੋਂ ਪਰੇ ਵੀ ਹੈ। ਮੈਂ ਸਿੰਪਲ ਗੱਲ ਦੱਸਦਾ, ਜਿਵੇਂ ਅਸੀਂ ਕਿਸੇ ਚੀਜ਼ ਦੇ ਵਿੱਚ ਬਿਲਕੁਲ ਖਚਿਤ ਹੋ ਜਾਂਦੇ ਹਾਂ, ਅਸੀਂ ਉਹਦੇ ਚੋਂ ਨਿਕਲ ਨਹੀਂ ਪਾਉਂਦੇ ਬਾਅਦ 'ਚ। ਪਰ ਪਰਮਾਤਮਾ ਇੱਦਾਂ ਦਾ ਨਹੀਂ ਹੈ। ਜੇ ਵਾਹਿਗੁਰੂ ਸਾਡੇ ਵਿੱਚ ਹੈ ਤਾਂ ਸਾਡੇ ਤੋਂ ਬਾਹਰ ਵੀ ਹੈ। ਨਿਰੰਕਾਰ ਗੱਲ ਹੀ ਮੁਕਾਤੀ ਕਿ ਵਾਹਿਗੁਰੂ ਦਾ ਆਕਾਰ ਹੀ ਕੋਈ ਨਹੀਂ। ਨਿਰੰਕਾਰ ਵਾਹਿਗੁਰੂ ਆਕਾਰ ਰਹਿਤ ਹੈ, ਉਹਦਾ ਕੋਈ ਆਕਾਰ ਨਹੀਂ ਹੈ, ਉਹਦਾ ਕੋਈ ਸਰੂਪ ਨਹੀਂ ਹੈ, ਉਹਦਾ ਕੋਈ ਸਰੀਰ ਨਹੀਂ ਹੈ। ਹਾਂ, ਉਹ ਗੱਲ ਵੱਖਰੀ ਹੈ ਕਿ ਉਹਨੂੰ ਸਰੀਰਕ ਰੂਪ ਦੇ ਵਿੱਚ ਅਵਤਾਰਵਾਦ ਲਿਆ ਕੇ ਦੇਖਿਆ ਜ਼ਰੂਰ ਗਿਆ। ਜਿਵੇਂ ਹਿੰਦੂ ਮਤ ਉਹਨੂੰ ਕ੍ਰਿਸ਼ਨ ਦੇ ਰੂਪ ਵਿੱਚ ਵੇਖਦਾ ਹੈ, ਰਾਮ ਦੇ ਰੂਪ ਵਿੱਚ ਵੇਖਦਾ ਹੈ, ਸ਼ਿਵ ਤੇ ਵਿਸ਼ਨੂੰ ਦੇ ਰੂਪ ਦੇ ਵਿੱਚ ਵੇਖਦਾ ਹੈ। ਬਹੁਤ ਸਾਰੇ ਰੂਪ ਨੇ, 24 ਅਵਤਾਰਾਂ ਦੇ ਰੂਪ ਵਿੱਚ ਵੇਖਿਆ ਜਾਂਦਾ ਇਹਨੂੰ। ਪਰ ਗੁਰਬਾਣੀ ਕਹਿੰਦੀ ਹੈ ਉਹਦਾ ਕੋਈ ਆਕਾਰ ਹੈ ਹੀ ਨਹੀਂ, ਉਹਦਾ ਕੋਈ ਸਰੀਰ ਹੈ ਹੀ ਨਹੀਂ, ਉਹ ਸਰੀਰ ਤੋਂ ਪਰਾਂ ਹੈ। ਸਾਡੇ ਵਿੱਚ ਵਸਦਾ ਜ਼ਰੂਰ ਹੈ, ਪਰ ਉਹ ਸਰਗੁਣ ਹੋ ਕੇ ਵੀ ਨਿਰੰਕਾਰ ਹੈ ਤੇ ਨਿਰਗੁਣ ਹੈ। ਸਤਿਗੁਰੂ ਅੱਗੇ ਕਹਿੰਦੇ ਨੇ, ਸੁਣ ਸਮਾਧੀ ਆਪ। ਸਤਿਗੁਰ ਕਹਿੰਦੇ ਜੇਕਰ ਕੋਈ ਮੈਨੂੰ ਪੁੱਛੇ ਤਾਂ ਮੈਂ ਕਹਾਂਗਾ ਅਕਾਲ ਪੁਰਖ ਵਾਹਿਗੁਰੂ ਸੁੰਨ ਅਵਸਥਾ ਵਿੱਚ ਹੈ। ਸੁੰਨ ਭਾਵ ਅਫੁਰ ਅਵਸਥਾ। ਅਫੁਰ ਮਤਲਬ ਜਿੱਥੇ ਕੋਈ ਫੁਰਨਾ ਨਾ ਹੋਵੇ, ਜਿੱਥੇ ਕਿਸੇ ਪ੍ਰਕਾਰ ਦਾ ਫੁਰਨਾ ਨਾ ਹੋਵੇ, ਵਾਹਿਗੁਰੂ ਉੱਥੇ ਵਸਦਾ ਹੈ। ਸਿੱਖ ਨੇ ਕਿੱਥੇ ਪਹੁੰਚ ਕਰਨੀ? ਸਿੱਖ ਨੇ ਪੌੜੀ ਲਾ ਕੇ ਕਿੱਥੇ ਚੜ੍ਹਨਾ, ਕਿੱਥੇ ਪਹੁੰਚਣਾ? ਆਪਣੀ ਸੁਰਤੀ ਨੂੰ, ਜਿੱਥੇ ਕੋਈ ਫੁਰਨਾ ਨਹੀਂ, ਜਿੱਥੇ ਕਿਸੇ ਪ੍ਰਕਾਰ ਦੀ ਕੋਈ ਦਵੈਸ਼ ਨਹੀਂ, ਜਿੱਥੇ ਕਿਸੇ ਪ੍ਰਕਾਰ ਦੀ ਨਫ਼ਰਤ ਨਹੀਂ, ਜਿੱਥੇ ਕਿਸੇ ਪ੍ਰਕਾਰ ਦੀ ਕੋਈ ਲਾਲਸਾ ਨਹੀਂ, ਆਪਾਂ ਉੱਥੇ ਜਾ ਪਹੁੰਚਣਾ। ਜਿੱਥੇ ਨਿਰੰਕਾਰ ਵਸਦਾ ਹੈ, ਉਹ ਸਮਾਧੀ ਲਗਾ ਕੇ ਕਿੱਥੇ ਬਹਿੰਦਾ ਹੈ? ਉਹਦੀ ਸਮਾਧੀ ਦਾ ਨਾਮ ਕੀ ਹੈ? ਅਫੁਰ ਅਵਸਥਾ। ਜਿੱਥੇ ਕਿਸੇ ਪ੍ਰਕਾਰ ਦਾ ਕੋਈ ਫੁਰਨਾ ਨਹੀਂ ਹੈ, ਜਿੱਥੇ ਹਮੇਸ਼ਾ ਆਨੰਦ ਹੈ, ਸੁੱਖ ਹੈ, ਸਹਿਜ ਹੈ, ਸ਼ਾਂਤੀ ਹੈ, ਪਿਆਰ ਹੈ। ਸਤਿਗੁਰ ਕਹਿੰਦੇ ਨੇ, ਆਪਨ ਕੀਆ ਨਾਨਕਾ ਆਪੇ ਹੀ ਫਿਰ ਜਾਪ। ਉਹਨੇ ਹੀ ਇਹ ਸਾਰੀ ਕਾਇਨਾਤ ਨੂੰ ਸਾਜਿਆ ਹੈ। ਇਹ ਸਾਰੀ ਕਾਇਨਾਤ ਨੂੰ ਉਹਨੇ ਹੀ ਪੈਦਾ ਕੀਤਾ ਹੈ। ਪੈਦਾ ਕਰਨ ਤੋਂ ਬਾਅਦ ਉਹ ਸਾਡੇ ਵਿੱਚ ਵਸਦਾ ਹੈ ਤੇ ਸਾਡੇ ਵਿੱਚ ਰਹਿ ਕੇ ਆਪਣਾ ਜਾਪ ਖੁਦ ਕਰ ਰਿਹਾ ਹੈ। ਭਾਵ ਜੇ ਅਸੀਂ ਉਹਨੂੰ ਯਾਦ ਕਰ ਰਹੇ ਹਾਂ, ਉਹਦਾ ਨਾਮ ਜਪ ਰਹੇ ਹਾਂ, ਉਹਦਾ ਸਿਮਰਨ ਕਰਦੇ ਹਾਂ, ਉਹਨੂੰ ਯਾਦ ਕਰਦੇ ਹਾਂ, ਤੇ ਸਤਿਗੁਰੂ ਕੀ ਕਹਿੰਦੇ ਨੇ? ਇਹ ਅਸੀਂ ਨਹੀਂ ਕਰ ਰਹੇ, ਇਹ ਪ੍ਰਮਾਤਮਾ ਹੀ ਸਾਡੇ ਅੰਦਰ ਬਹਿ ਕੇ ਕਰ ਰਿਹਾ ਹੈ। ਉਹੀ ਸਾਡੇ ਅੰਦਰ ਬਹਿ ਕੇ ਕਰ ਰਿਹਾ ਹੈ, ਅਸੀਂ ਨਹੀਂ ਕਰ ਰਹੇ। ਜੇ ਉਹ ਨਾ ਚਾਹੇ ਅਸੀਂ ਕਰ ਨਹੀਂ ਸਕਦੇ। ਇਹ ਕਰ ਕੌਣ ਰਿਹਾ? ਨਿਰੰਕਾਰ ਅਕਾਲ ਪੁਰਖ ਵਾਹਿਗੁਰੂ ਆਪ ਕਰ ਰਿਹਾ। ਫਿਰ ਸਮਝ ਲਿਓ ਸ਼ਲੋਕ ਦਾ ਮਤਲਬ, ਵਾਹਿਗੁਰੂ ਸਭਨਾਂ ਵਿੱਚ ਵਸਦਾ ਹੈ, ਵਾਹਿਗੁਰੂ ਸਭਨਾਂ ਤੋਂ ਦੂਰ ਹੈ, ਵਾਹਿਗੁਰੂ ਦਾ ਕੋਈ ਆਕਾਰ ਨਹੀਂ, ਵਾਹਿਗੁਰੂ ਦੀ ਸਮਾਧੀ ਅਫੁਰ ਅਵਸਥਾ ਵਾਲੀ ਹੈ। ਪਰਮਾਤਮਾ ਨੇ ਹੀ ਕਾਇਨਾਤ ਸਾਜੀ ਹੈ, ਸਭਨਾਂ ਦੇ ਵਿੱਚ ਵਸ ਕੇ ਆਪਣਾ ਜਾਪ ਖੁਦ ਆਪ ਹੀ ਕਰਦਾ ਹੈ। ਸਾਡੇ ਪੱਲੇ ਕੱਖ ਨਹੀਂ। ਇਸ ਮਸ਼ੀਨ ਨੂੰ ਬਣਾਉਣ ਵਾਲਾ ਉਹੀ ਹੈ ਤੇ ਇਸ ਮਸ਼ੀਨ ਨੂੰ ਚਲਾਉਣ ਵਾਲਾ ਵੀ ਉਹੀ ਹੈ ਤੇ ਇਸ ਦੇ ਅੰਦਰ ਬਹਿ ਕੇ ਕੰਮ ਵੀ ਉਹ ਆਪ ਕਰਦਾ ਹੈ। ਆਪਾਂ ਨੂੰ ਮਹਿਸੂਸ ਕਰਨਾ ਹੈ। ਅੱਗੇ ਸ਼ੁਰੂ ਹੁੰਦੀ ਅਸ਼ਟਪਦੀ, ਜਬ ਆਕਾਰ ਇਹ ਕਛ ਨਾ ਦ੍ਰਿਸ਼ਟਿਤਾ। ਕਹਿੰਦੇ ਜਦੋਂ ਇਹ ਕਾਇਨਾਤ ਹੈ ਹੀ ਨਹੀਂ ਸੀ, ਆਕਾਰ ਜੋ ਦਿਸਦਾ ਹੈ ਸਾਨੂੰ ਇਹ ਹੈ ਹੀ ਨਹੀਂ ਸੀ। ਜਦੋਂ ਕਾਇਨਾਤ ਬਿਲਕੁਲ ਬਣੀ ਨਹੀਂ ਸੀ ਅਜੇ, ਜਦੋਂ ਬਿਲਕੁਲ ਕੁਝ ਪੈਦਾ ਹੀ ਨਹੀਂ ਸੀ ਹੋਇਆ, ਕੁਝ ਦਿਸਦਾ ਹੀ ਨਹੀਂ ਸੀ, ਤੇ ਸਤਿਗੁਰੂ ਗੁਰੂ ਅਰਜਨ ਸਾਹਿਬ ਕਹਿੰਦੇ ਨੇ, ਪਾਪ ਪੁੰਨ ਤਬ ਕਹਿਤੇ ਹੋਤਾ। ਉਦੋਂ ਪਾਪ ਤੇ ਪੁੰਨ ਇਹ ਕਰਨ ਵਾਲਾ ਕੌਣ ਸੀ? ਭਾਵ ਕੋਈ ਜੀਵ ਨਹੀਂ ਸੀ, ਕੋਈ ਵੀ ਨਹੀਂ ਸੀ, ਤੇ ਪਾਪ ਪੁੰਨ ਕਿਹਨੇ ਕਰਨਾ ਸੀ? ਅਸਲ ਮਾਇਨੇ ਵਿੱਚ ਸਤਿਗੁਰੂ ਨੇ ਬੜੀਆਂ ਪਿਆਰੀਆਂ ਗੱਲਾਂ ਸਮਝਾ ਦਿੱਤੀਆਂ। ਜਿਵੇਂ ਪੁਜਾਰੀਵਾਦ ਕੀ ਕਹਿੰਦਾ ਹੈ ਕਿ ਬੰਦੇ ਤੈਨੂੰ ਨਾ ਇਸ ਜਨਮ ਦੇ ਵਿੱਚ ਪਿਛਲੇ ਕੀਤੇ ਕੰਮਾਂ ਦਾ ਲੇਖਾ ਜੋਖਾ ਦੇਣਾ ਪੈ ਰਿਹਾ। ਇਹ ਰੂਟੀਨ ਬੜੀ ਵਧੀਆ ਬਣਾਈ ਅਗਲੇ ਨੇ। ਜੋ ਤੂੰ ਮਾੜੇ ਕੰਮ ਪਿਛਲੇ ਜਨਮ 'ਚ ਕੀਤੇ, ਉਹਦਾ ਫਲ ਤੈਨੂੰ ਇਸ ਜਨਮ 'ਚ ਭੁਗਤਣਾ ਪਏਗਾ। ਜੋ ਤੂੰ ਇਸ ਜਨਮ 'ਚ ਕਰੇਗਾ, ਉਹ ਤੈਨੂੰ ਅਗਲੇ ਜਨਮ 'ਚ ਕਰਨਾ ਪਏਗਾ। ਸਤਿਗੁਰ ਕਹਿੰਦੇ ਜਦੋਂ ਕਾਇਨਾਤ ਹੀ ਨਹੀਂ ਸੀ, ਕੱਖ ਵੀ ਨਹੀਂ ਸੀ, ਉਸ ਤੋਂ ਬਾਅਦ ਵੀ ਜੀਵ ਪੈਦਾ ਹੋਏ ਹੈ। ਉਸ ਤੋਂ ਬਾਅਦ ਵੀ ਪਰਮਾਤਮਾ ਨੇ ਜੀਵ ਪੈਦਾ ਕੀਤੇ ਹੈ, ਸ੍ਰਿਸ਼ਟੀ ਚਲੀ ਹੈ।
ਤੇ ਸਤਿਗੁਰੂ ਕਹਿੰਦੇ ਨੇ ਉਸ ਟਾਈਮ ਦੀ ਮੈਨੂੰ ਗੱਲ ਦੱਸੋ ਕਿ ਜਦੋਂ ਕੱਖ ਵੀ ਨਹੀਂ ਸੀ ਤੇ ਪਰਮਾਤਮਾ ਨੇ ਜੀਵ ਜੰਤ ਪੈਦਾ ਕੀਤੇ, ਤਾਂ ਉਸ ਟਾਈਮ ਉਹਨਾਂ ਨੂੰ ਮਿਲਣ ਵਾਲੇ ਦੁੱਖਾਂ ਤੋਂ, ਰੋਗਾਂ ਤੋਂ ਜਾਂ ਵਿਪਤਾਵਾਂ ਦੇ ਕਰਕੇ, ਜੇ ਆਪਾਂ ਇਹ ਕਹੀਏ ਵੀ ਤੁਸੀਂ ਮਾੜੇ ਕੰਮ ਕਰਦੇ ਰਹੇ ਪਿਛਲੇ ਜਨਮ 'ਚ ਤਾਂ ਤੁਹਾਡੇ ਨਾਲ ਸਾਰਾ ਕੁਝ ਹੋਇਆ, ਸਤਿਗੁਰ ਕਹਿੰਦੇ ਜਦੋਂ ਕੋਈ ਸ੍ਰਿਸ਼ਟੀ ਨਹੀਂ ਸੀ ਤੇ ਮਾੜੇ ਕੰਮ ਕਿਹਨੇ ਕਰਨੇ ਸੀ, ਪਾਪ ਪੁੰਨ ਕਿਹਨੇ ਕਰਨਾ ਸੀ। ਸੋ ਮਹਾਰਾਜ ਨੇ ਬੜਾ ਪਿਆਰਾ ਇੱਕ ਇਸ਼ਾਰਾ ਕੀਤਾ ਕਿ ਭਲਿਓ ਜਦੋਂ ਅਸੀਂ ਪੈਦਾ ਨਹੀਂ ਨਾ ਹੁੰਦੇ ਉਦੋਂ ਅਸੀਂ ਇੱਕ ਸੁੰਨ ਅਵਸਥਾ ਵਿੱਚ ਹੁੰਦੇ ਹਾਂ। ਜਦੋਂ ਇਹ ਸਾਡਾ ਸਰੀਰ ਦਿਸਦਾ ਨਹੀਂ ਹੁੰਦਾ, ਸਾਡਾ ਸਰੀਰ ਨਹੀਂ ਹੁੰਦਾ, ਅਸੀਂ ਨਹੀਂ ਹੁੰਦੇ ਹਾਂ। ਉਸ ਤੋਂ ਬਾਅਦ ਜਦੋਂ ਆਪਾਂ ਕਾਇਨਾਤ 'ਚ ਪੈਦਾ ਹੁੰਦੇ ਹਾਂ, ਸੰਸਾਰ 'ਚ ਹੁੰਦੇ ਹਾਂ, ਤੇ ਸਾਨੂੰ ਦੁੱਖ ਸੁੱਖ ਭੁਗਤਣੇ ਪੈਂਦੇ ਹੈ। ਪਰ ਜਦੋਂ ਕੋਈ ਤੁਹਾਨੂੰ ਇਹ ਗੱਲ ਕਹੇ ਪਿਛਲੇ ਜਨਮਾਂ ਦਾ ਲੇਖਾ ਜੋਖਾ ਭੁਗਤ ਰਹੇ ਹੋ, ਤੇ ਅੱਗੋਂ ਜਵਾਬ ਦਿਓ ਕਿਹੜਾ ਜਨਮ, ਪਿਛਲਾ ਕਿਹੜਾ ਜਨਮ। ਮਾਂ ਦੇ ਕੁੱਖ ਦੇ ਵਿੱਚੋਂ ਪੈਦਾ ਹੋ ਕੇ ਮੈਂ ਦੁਨੀਆ 'ਚ ਆ ਗਿਆ, ਪਿਛਲੇ ਕਿਹੜੇ ਜਨਮ 'ਚ ਮੈਂ ਮਾੜੇ ਕੰਮ ਕੀਤੇ ਬਈ, ਕਿਹੜੇ ਪਾਪ ਪੁੰਨ ਕੀਤੇ ਮੈਂ। ਸੋ ਮਾੜਾ ਕੰਮ ਜਾਂ ਚੰਗੇ ਕੰਮ ਕਰਕੇ ਇਹ ਜੀਵਨ ਬਣਦਾ ਹੈ ਇੱਥੇ, ਪਿਛਲੇ ਕੀਤਿਆਂ ਦੇ ਕਰਕੇ ਨਹੀਂ। ਜੇ ਪੂਰਵ ਜਨਮ ਦੀ ਗੱਲ ਆਉਂਦੀ ਹੈ ਤੇ ਉਹਦਾ ਮਤਲਬ ਹੈ ਕੱਲ, ਮਤਲਬ ਜਿੱਦਾਂ ਮੈਂ ਅੱਜ ਬਤੀਤ ਕਰ ਰਿਹਾ, ਜਿਹੜਾ ਮੇਰਾ ਕੱਲ ਲੰਘ ਗਿਆ ਹੈ, ਯੈਸਟਰਡੇ ਲੰਘ ਗਿਆ, ਉਹਦੇ ਵਿੱਚ ਜੇ ਮੈਂ ਮਾੜੇ ਚੰਗੇ ਕੰਮ ਕੀਤੇ ਹੈ ਤੇ ਉਸ ਮੇਰੇ ਸੁਭਾਅ ਦੇ ਮੁਤਾਬਕ ਮੈਨੂੰ ਹੋ ਸਕਦਾ ਅੱਜ ਮਾੜਾ ਭੁਗਤਣਾ ਪੈ ਜਾਵੇ। ਪਰ ਪਿਛਲੇ ਜਨਮਾਂ ਦੀ ਗੱਲ ਜਿਹੜੀ ਹੈ ਪੁਜਾਰੀ ਕਰਦੇ ਹੈ, ਅਸਲ ਮਾਇਨੇ ਦੇ ਵਿੱਚ ਗੁਰਬਾਣੀ ਨਹੀਂ ਕਰਦੀ ਹੈ। ਸਮਝਣ ਵਾਲੀਆਂ ਖੇਡਾਂ ਨੇ ਸਾਰੀਆਂ। ਜਬ ਧਾਰੀ ਆਪਨ ਸੁਨ ਸਮਾਧ, ਜਦੋਂ ਅਕਾਲ ਪੁਰਖ ਵਾਹਿਗੁਰੂ ਆਪ ਅਫੁਰ ਅਵਸਥਾ ਵਾਲੀ ਸਮਾਧੀ ਲਗਾ ਕੇ ਬੈਠਾ ਹੋਇਆ ਸੀ, ਜਦੋਂ ਉਹ ਆਪਣੇ ਆਪ ਦੇ ਵਿੱਚ ਮਸਤ ਸੀ, ਸਤਿਗੁਰ ਕਹਿੰਦੇ ਤਬ ਬੈਰ ਵਿਰੋਧ ਕਿਸ ਸੰਗ ਕਮਾਤ, ਤਦੋਂ ਦੱਸੋ ਕਿਸ ਨੇ ਕਿਸੇ ਨਾਲ ਵੈਰ ਵਿਰੋਧ ਕਿਵੇਂ ਕਮਾਉਣਾ ਸੀ। ਭਾਵ ਜਦੋਂ ਨਿਰੰਕਾਰ ਅਕਾਲ ਪੁਰਖ ਵਾਹਿਗੁਰੂ ਨੇ ਕਾਇਨਾਤ ਨਹੀਂ ਸੀ ਸਾਜੀ, ਕੁਝ ਵੀ ਨਹੀਂ ਸੀ ਪੈਦਾ ਕੀਤਾ, ਭਾਵ ਕਿ ਕੱਖ ਵੀ ਨਹੀਂ ਸੀ ਇਸ ਦੁਨੀਆ ਦੇ ਵਿੱਚ, ਜਦੋਂ ਜੀਵ ਹੀ ਨਹੀਂ ਸੀ, ਤੇ ਤਦੋਂ ਦੱਸੋ ਵੈਰ ਜਾਂ ਵਿਰੋਧ ਵਾਲੀ ਕਿਹੜੀ ਗੱਲ ਸੀ। ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਨੇ ਇੱਕ ਬੜੀ ਡੂੰਘੀ ਗੱਲ ਇੱਥੇ ਕਹੀ ਹੈ ਕਿ ਬੰਦੇ ਨਿਰੰਕਾਰ ਨੇ ਤੈਨੂੰ ਪੈਦਾ ਕੀਤਾ ਹੈ, ਉਹ ਜੇ ਤੈਨੂੰ ਪੈਦਾ ਹੀ ਨਾ ਕਰਦਾ, ਤੈਨੂੰ ਇਸ ਕਾਇਨਾਤ ਵਿੱਚ ਲੈ ਕੇ ਨਾ ਆਉਂਦਾ, ਫਿਰ ਤੂੰ ਕੀ ਕਰ ਲੈਂਦਾ। ਜੇ ਤੂੰ ਅੱਜ ਇਸ ਕਾਇਨਾਤ ਵਿੱਚ ਆਇਆ ਹੈ, ਦੁਨੀਆ ਵਿੱਚ ਆਇਆ ਹੈ, ਤੇ ਤੂੰ ਕਮਲਿਆ ਕਿਸੇ ਨਾਲ ਵੈਰ, ਕਿਸੇ ਨਾਲ ਵਿਰੋਧ, ਕਿਸੇ ਨਾਲ ਈਰਖਾ ਲਗਾ ਕੇ ਬੈਠਾ ਹੈ, ਜੇ ਅਫੁਰ ਅਵਸਥਾ ਵਿੱਚ ਬੈਠਾ ਹੋਇਆ ਵਾਹਿਗੁਰੂ ਤੈਨੂੰ ਪੈਦਾ ਹੀ ਨਾ ਕਰਦਾ, ਫਿਰ ਕਿਹਦੇ ਨਾਲ ਤੂੰ ਵੈਰ ਵਿਰੋਧ ਕਮਾਉਂਦਾ। ਨਿਰੰਕਾਰ ਅਕਾਲ ਪੁਰਖ ਵਾਹਿਗੁਰੂ ਨੇ ਇਹ ਸ੍ਰਿਸ਼ਟੀ ਸਾਜੀ ਹੈ ਪਿਆਰਿਓ ਜਿਉਣ ਲਈ। ਅਸੀਂ ਇਸ ਕਾਇਨਾਤ ਵਿੱਚ ਆ ਕੇ ਵੈਰ ਵਿਰੋਧ, ਮਾੜਾ ਚੰਗਾ ਕਰਦੇ ਰਹਿੰਦੇ ਹਾਂ, ਕਿਸੇ ਦਾ ਦਿਲ ਦੁਖਾਉਣਾ, ਕਿਸੇ ਨੂੰ ਮਾੜਾ ਕਹਿਣਾ, ਕਿਸੇ ਨੂੰ ਭਲਾ ਕਹਿਣਾ, ਹੋਰ ਹੀ ਪੁੱਠਿਆਂ ਕੰਮਾਂ 'ਚ ਪੈ ਕੇ ਆਪਣੀ ਜ਼ਿੰਦਗੀ ਬਤੀਤ ਕਰਦੇ ਰਹਿੰਦੇ ਹਾਂ। ਪਤਾ ਨਹੀਂ ਕਿਹੜੇ ਕੰਮਾਂ 'ਚ ਆਪਾਂ ਰਾਤ ਦਿਨ ਪਏ ਰਹਿੰਦੇ ਹਾਂ। ਜ਼ਿੰਦਗੀ ਦਾ ਤੇ ਇੱਕ ਮਿੰਟ ਦਾ ਵੀ ਕੱਖ ਨਹੀਂ ਪਤਾ, ਕਦੋਂ ਫੂਕ ਨਿਕਲ ਜਾਣੀ, ਕਦੋਂ ਟਾਇਰ ਪੈਂਚਰ ਹੋ ਜਾਣਾ ਇਸ ਜ਼ਿੰਦਗੀ ਦੀ ਗੱਡੀ ਦਾ। ਆਪਾਂ ਬੈਠੇ ਰਹਿੰਦੇ ਫਿਰ ਵੀ ਮਾੜੇ ਕੰਮਾਂ ਵਿੱਚ। ਸਤਿਗੁਰੂ ਅੱਗੇ ਕਹਿੰਦੇ ਨੇ ਜੀ ਜਬ ਇਸਕਾ ਬਰਨ ਚਿਹਨ ਨਾ ਜਾਪਤ, ਜਦੋਂ ਇਹ ਸੰਸਾਰ ਨਹੀਂ ਸੀ, ਨਾ ਇਹਦਾ ਕੋਈ ਰੰਗ ਸੀ, ਨਾ ਰੂਪ ਸੀ, ਨਾ ਕੋਈ ਚਿਹਨ ਚੱਕਰ ਸੀ। ਅਗਲੀ ਗੱਲ ਤਬ ਹਰਖ ਸੋਗ ਕਹੋ ਕਿਸੇ ਵਿਆਪਤ, ਤਦੋਂ ਦੱਸੋ ਖੁਸ਼ੀ ਜਾਂ ਚਿੰਤਾ ਕਿਸ ਨੂੰ ਪੋਹ ਸਕਦੇ ਸਨ। ਭਾਵ ਜਦੋਂ ਨਿਰੰਕਾਰ ਅਕਾਲ ਪੁਰਖ ਵਾਹਿਗੁਰੂ ਨੇ ਕੁਝ ਵੀ ਨਹੀਂ ਸੀ ਪੈਦਾ ਕੀਤਾ, ਨਾ ਉਦੋਂ ਕੋਈ ਖੁਸ਼ੀ ਸੀ ਦੁਨੀਆ 'ਚ, ਨਾ ਉਦੋਂ ਕੋਈ ਗਮੀ ਸੀ, ਨਾ ਉਦੋਂ ਕੋਈ ਦੁੱਖ ਸੀ, ਨਾ ਉਦੋਂ ਕੋਈ ਸੁੱਖ ਸੀ, ਨਾ ਉਦੋਂ ਕੋਈ ਡਰ ਸੀ, ਨਾ ਵੈਰ ਸੀ, ਨਾ ਵਿਰੋਧ ਸੀ। ਸਤਿਗੁਰ ਕਹਿੰਦੇ ਨੇ ਨਿਰੰਕਾਰ ਅਕਾਲ ਪੁਰਖ ਵਾਹਿਗੁਰੂ ਨੇ ਕਾਇਨਾਤ ਜਦੋਂ ਸਾਜੀ ਉਦੋਂ ਕੁਝ ਵੀ ਨਹੀਂ ਸੀ, ਪਰ ਜਦੋਂ ਵਾਹਿਗੁਰੂ ਨੇ ਪੈਦਾ ਕਰ ਦਿੱਤੀ ਬੰਦੇ ਨੇ ਸਭ ਕੁਝ ਹੀ ਨਾਲ ਹੀ ਬਣਾ ਲਿਆ। ਸਭ ਕੁਝ ਬਣਦਿਆਂ ਸਾਰ ਇਨਸਾਨ ਵੈਰ ਵਿਰੋਧ, ਮਾੜਾ ਚੰਗਾ, ਪੁੱਠਿਆਂ ਕੰਮਾਂ ਦੇ ਵਿੱਚ ਇਨਸਾਨ ਪੈ ਗਿਆ, ਖੁਸ਼ੀ ਗਮੀ ਦੇ ਚੱਕਰਾਂ ਵਿੱਚ ਪੈ ਗਿਆ। ਖੁਸ਼ੀ ਗਮੀ ਦੇ ਕਾਰਨ ਪਰਮਾਤਮਾ ਨੂੰ ਮਾੜਾ ਜਾਂ ਚੰਗਾ ਕਹਿਣ ਲੱਗ ਪਿਆ, ਲਾਲਚ ਵਸ ਹੋ ਗਿਆ, ਆਪਣੀ ਖੁਸ਼ੀ ਲਈ ਕਿਸੇ ਦਾ ਗਲਾ ਕੱਟਣ ਲੱਗ ਪਿਆ, ਆਪਣੇ ਦੁੱਖ ਦੂਰ ਕਰਨ ਲਈ ਕਿਸੇ ਦਾ ਮਾੜਾ ਕਰਨ ਲੱਗ ਪਿਆ, ਆਪਣੇ ਫਾਇਦੇ ਲਈ ਕਿਸੇ ਦਾ ਨੁਕਸਾਨ ਕਰਨ ਲੱਗ ਪਿਆ। ਇਹਨਾਂ ਕੰਮਾਂ ਦੇ ਵਿੱਚ ਪਿਆ ਇਨਸਾਨ ਪਰਮਾਤਮਾ ਤੋਂ ਦੂਰ ਹੋ ਗਿਆ, ਉਸ ਵਾਹਿਗੁਰੂ ਤੋਂ ਦੂਰ ਹੋ ਗਿਆ ਜਿਸ ਵਾਹਿਗੁਰੂ ਨੇ ਇਹਨੂੰ ਪੈਦਾ ਕੀਤਾ, ਜਿਸ ਵਾਹਿਗੁਰੂ ਨੇ ਇਹਨੂੰ ਇਸ ਧਰਤੀ ਤੇ ਲੈ ਕੇ ਆਂਦਾ। ਜਬ ਆਪਣ ਆਪ ਪਾਰ ਬ੍ਰਹਮ, ਜਦੋਂ ਅਕਾਲ ਪੁਰਖ ਕੇ ਆਪਣੇ ਆਪ ਦੇ ਵਿੱਚ ਆਪ ਹੀ ਸੀ, ਜਦੋਂ ਨਿਰੰਕਾਰ ਅਕਾਲ ਪੁਰਖ ਵਾਹਿਗੁਰੂ ਆਪਣੇ ਆਪ ਦੇ ਵਿੱਚ ਆਪ ਹੀ ਸੀ, ਤਬ ਮੋਹ ਕਹਾਂ ਤਥੇ, ਉਦੋਂ ਉਸ ਟਾਈਮ ਮੋਹ ਕਿੱਥੇ ਸੀ। ਕਿਸ ਹੋਵਤ ਭਰਮ, ਤੇ ਭਰਮ ਭੁਲੇਖੇ ਕਿਹਨੂੰ ਹੋ ਸਕਦੇ ਸੀ। ਭਾਵ ਜਦੋਂ ਸੰਸਾਰ ਹੀ ਨਹੀਂ ਸੀ, ਨਾ ਉਦੋਂ ਮੋਹ ਸੀ, ਨਾ ਭਰਮ ਸੀ, ਨਾ ਭੁਲੇਖੇ ਸੀ। ਬਸ ਦੁਨੀਆ ਪੈਦਾ ਹੋਈ,
पैदा ਹੁੰਦਿਆਂ ਸਾਰ ਆਹ ਮੇਰਾ ਮੁੰਡਾ, ਆਹ ਮੇਰੀ ਕੁੜੀ, ਆਹ ਮੇਰੀ ਵਹੁਟੀ, ਆਹ ਮੇਰਾ ਘਰ, ਆਹ ਮੇਰੀ ਜ਼ਮੀਨ, ਆਹ ਮੇਰਾ ਭਰਾ, ਤੇ ਕਿੰਨਾ ਕੁਝ ਹੋ ਗਿਆ। ਮੈਂ ਖਬਰ ਪੜ੍ਹੀ ਇੱਕ ਕਿ ਇੱਕ ਔਰਤ ਨੇ ਆਪਣੇ ਨਾਜਾਇਜ਼ ਸਬੰਧ ਨੂੰ ਕਾਇਮ ਰੱਖਣ ਦੇ ਲਈ ਉਹਦੇ 2 ਛੋਟੇ ਛੋਟੇ ਬੱਚੇ ਸਨ, ਉਹਨਾਂ ਬੱਚਿਆਂ ਨੂੰ ਆਪਣੇ ਹੱਥੀਂ ਕਤਲ ਕਰ ਦਿੱਤਾ, ਕੇਵਲ ਇਸ ਕਰਕੇ ਕਿਉਂਕਿ ਉਸ ਔਰਤ ਨੂੰ ਉਹਦੇ ਬੱਚਿਆਂ ਨੇ ਗਲਤ ਕਰਦੇ ਹੋਏ ਦੇਖ ਲਿਆ ਸੀ। ਤੇ ਇਸੇ ਕਾਰਨ ਉਹ ਮਮਤਾ ਨੂੰ ਭੁੱਲ ਗਈ ਤੇ ਆਪਣੇ ਬੱਚਿਆਂ ਨੂੰ ਆਪਣੇ ਹੱਥੀਂ ਕਤਲ ਕਰ ਦਿੱਤਾ, ਮਾਰ ਦਿੱਤਾ। ਕਾਹਦੇ ਵਾਸਤੇ? ਇੱਕ ਛੋਟੇ ਜਿਹੇ ਮੋਹ ਦੇ ਕਰਕੇ, ਇੱਕ ਸਰੀਰਕ ਸੰਬੰਧ ਦੇ ਲਈ, ਇੱਕ ਮਾੜੇ ਕੰਮ ਦੇ ਲਈ ਭੁਗਤਾਨ ਬਾਅਦ 'ਚ ਭੁਗਤਣਾ ਪੈਂਦਾ ਨਾ। ਜਦੋਂ ਕੱਖ ਵੀ ਨਹੀਂ ਸੀ ਦੁਨੀਆ, ਉਦੋਂ ਵੀ ਤਾਂ ਇਹ ਕਾਇਨਾਤ ਸੀ ਨਾ, ਪਰ ਜਦੋਂ ਪੈਦਾ ਹੋਈ ਨਾਲ ਦੀ ਨਾਲ ਸਾਰੀਆਂ ਚੀਜ਼ਾਂ ਆ ਗਈਆਂ। ਅਸੀਂ ਐਸੇ ਮਾੜਿਆਂ ਕੰਮਾਂ ਵਿੱਚ ਪੈਂਦੇ ਆ ਪਿਆਰਿਓ ਕਿ ਸਾਨੂੰ ਨਿਰੰਕਾਰ ਅਕਾਲ ਪੁਰਖ ਵਾਹਿਗੁਰੂ ਦਾ ਡਰ ਹੀ ਭੁੱਲ ਜਾਂਦਾ। ਸਤਿਗੁਰੂ ਕਹਿੰਦੇ ਨੇ ਆਪਨ ਖੇਲ ਆਪ ਵਰਤੀਜਾ। ਇਹ ਜਿਹੜੀ ਖੇਡ ਹੈ ਨਾ ਸੰਸਾਰ ਦੀ, ਇਹ ਨਿਰੰਕਾਰ ਵਾਹਿਗੁਰੂ ਨੇ ਆਪ ਪੈਦਾ ਕੀਤੀ, ਆਪ ਬਣਾਈ ਹੈ। ਨਾਨਕ ਕਰਨੈ ਹਾਰ ਨਾ ਦੂਜਾ। ਗੁਰੂ ਅਰਜਨ ਸਾਹਿਬ ਕਹਿੰਦੇ ਨੇ ਉਸ ਤੋਂ ਬਿਨਾਂ ਇਹ ਖੇਡ ਬਣਾਉਣ ਵਾਲਾ ਜਾਂ ਖੇਡ ਖੇਡਣ ਵਾਲਾ ਹੋਰ ਕੋਈ ਦੂਜਾ ਨਹੀਂ ਹੈ। ਉਹ ਅਕਾਲ ਪੁਰਖ ਵਾਹਿਗੁਰੂ ਆਪ ਹੈ ਜਿਨੇ ਇਹ ਸਾਰੀ ਖੇਡ ਬਣਾਈ ਹੈ, ਜਿਨੇ ਇਹ ਸਾਰੀ ਕਾਇਨਾਤ ਸਾਜੀ ਹੈ। ਅਸੀਂ ਕੀ ਕਰਨਾ? ਅਸੀਂ ਆਪਣੇ ਮਨ ਵਿੱਚ ਉਸ ਸਰਗੁਣ, ਨਿਰਗੁਣ, ਨਿਰੰਕਾਰ ਅਕਾਲ ਪੁਰਖ ਵਾਹਿਗੁਰੂ ਦਾ ਖਿਆਲ ਰੱਖਣਾ, ਦੁੱਖਾਂ ਸੁੱਖਾਂ ਤੋਂ ਉਤਾਂ ਉੱਠਣਾ, ਵੈਰ ਵਿਰੋਧ ਵਾਲੀ ਭਾਵਨਾ ਤੋਂ ਉਤਾਂ ਉੱਠਣਾ, ਮੋਹ ਤੋਂ ਉਤਾਂ ਉੱਠਣਾ, ਮਾੜਿਆਂ ਕੰਮਾਂ ਨੂੰ ਛੱਡਣਾ, ਚੰਗੇ ਕੰਮਾਂ ਦੇ ਪਾਸੇ ਆਪਣਾ ਚਿੱਤ ਲਗਾਉਣਾ। ਮਾੜਿਆਂ ਕੰਮਾਂ ਦਾ ਮਾੜਾ ਨਤੀਜਾ ਹੀ ਹੁੰਦਾ ਹੈ। ਪੁੱਠੇ ਕੰਮ, ਮਾੜੇ ਕੰਮ ਕਦੇ ਕਿਸੇ ਇਨਸਾਨ ਨੂੰ ਨਹੀਂ ਤਾਰਦੇ ਨੇ, ਯਾਦ ਰੱਖਿਓ। ਜੇ ਗਲ ਦੇ ਵਿੱਚ ਪੱਥਰ ਬੰਨ੍ਹ ਕੇ ਤੇ ਤਾਰੀ ਲਗਾਓਗੇ ਨਾ ਤੇ ਉਹ ਪੱਥਰ ਤੁਹਾਨੂੰ ਡੋਬੇਗਾ ਹੀ ਡੋਬੇਗਾ। ਜੇ ਪਾਪ ਕਰ ਰਹੇ ਹੋ, ਪੁੱਠੇ ਕੰਮ ਕਰ ਰਹੇ ਹੋ, ਮਾੜੇ ਕੰਮ ਕਰ ਰਹੇ ਹੋ, ਤੇ ਯਾਦ ਰੱਖਿਓ ਪਿਆਰਿਓ, ਇਹ ਮਾੜਿਆਂ ਕੰਮਾਂ ਨੇ ਤੁਹਾਨੂੰ ਡੁੱਬਣਾ। ਚੰਗੇ ਕੰਮ ਤਾਰਦੇ ਹੀ ਆ ਬੰਦੇ ਨੂੰ, ਪਰ ਮਾੜੇ ਕਰਮ ਇਨਸਾਨ ਦਾ ਬੇੜਾ ਗਰਕ ਕਰ ਦਿੰਦੇ ਨੇ। ਸੋ ਸੁਖਮਨੀ ਸਾਹਿਬ ਦੀ ਜਿਹੜੀ ਬਾਣੀ ਹੈ ਉਹ ਸਾਨੂੰ ਇਹੀ ਸਿੱਖਿਆ ਦਿੰਦੀ ਹੈ, ਇਹੀ ਦੱਸਦੀ ਹੈ, ਇਹ ਬੰਦੇ ਪਾਪ ਨਹੀਂ ਕਰਨੇ, ਮਾੜੇ ਕੰਮ ਨਹੀਂ ਕਰਨੇ। ਜਦੋਂ ਕੱਖ ਵੀ ਨਹੀਂ ਸੀ ਇਸ ਕਾਇਨਾਤ ਦੇ ਵਿੱਚ, ਉਦੋਂ ਸਭ ਠੀਕ ਸੀ। ਪਰਮਾਤਮਾ ਅਫੁਰ ਅਵਸਥਾ ਵਿੱਚ ਸੀ। ਜਦੋਂ ਪਰਮਾਤਮਾ ਨੇ ਸਾਨੂੰ ਪੈਦਾ ਕਰ ਦਿੱਤਾ, ਮੈਂ ਆਪਣੀ ਗੱਲ ਕਰਦਾ, ਜਦੋਂ ਮੈਂ ਪੈਦਾ ਹੋ ਗਿਆ, ਜਦੋਂ ਦੁਨੀਆ 'ਚ ਆ ਗਿਆ, ਤੇ ਮੈਂ ਵੈਰ ਵਿਰੋਧ, ਮਾੜੇ ਚੰਗੇ ਕੰਮਾਂ 'ਚ ਪੈ ਗਿਆ। ਇੰਨਾ ਹੀ ਸ਼ੁਕਰ ਕਰੋ ਕਿ ਵਾਹਿਗੁਰੂ ਨੇ ਤੁਹਾਨੂੰ ਇਸ ਦੁਨੀਆ 'ਚ ਲੈ ਕੇ ਆਂਦਾ। ਇੰਨਾ ਸ਼ੁਕਰ ਕਰੋ ਤੁਸੀਂ ਇਸ ਸੰਸਾਰ ਨੂੰ ਦੇਖ ਰਹੇ ਹੋ। ਹੋਰ ਕੀ ਚਾਹੀਦਾ ਦੱਸੋ? ਪਰਮਾਤਮਾ ਦਾ ਸ਼ੁਕਰਾਨਾ ਕਰੋ, ਧੰਨਵਾਦ ਕਰੋ। ਉਹਨੇ ਸਾਨੂੰ ਮਾਂ ਦੇ ਪੇਟ ਵਿੱਚ ਰੱਖਿਆ ਤੇ ਇਹ ਦੁਨੀਆ ਵੀ ਸਾਨੂੰ ਬਾਹਰ ਲਿਆ ਕੇ ਦਿਖਾਈ। ਇੰਨਾ ਹੀ ਬਹੁਤ ਹੈ। ਜੀਓ ਤੇ ਜੀਉਣ ਦਿਓ, ਖੁਸ਼ ਰਹੋ, ਆਨੰਦ ਮਾਣੋ, ਆਪਣੀ ਲਾਈਫ ਦਾ ਨਜ਼ਾਰੇ ਲਓ, ਆਨੰਦ ਲਓ, ਤੇ ਗੁਰੂ ਨਾਨਕ ਸਾਹਿਬ ਦੇ ਸਿਧਾਂਤਾਂ ਨੂੰ ਕਦੇ ਨਾ ਛੱਡਿਓ। ਮਾੜੇ ਕੰਮ ਕਦੇ ਨਾ ਕਰੋ, ਨਸ਼ਿਆਂ ਤੋਂ ਬਚ ਕੇ ਰਹੋ, ਮਾੜਿਆਂ ਕੰਮਾਂ ਤੋਂ ਬਚ ਕੇ ਰਹੋ। ਗੁਰਬਾਣੀ ਆਪਣੇ ਘਰ 'ਚ ਲਗਾ ਕੇ ਰੱਖੋ, ਗੁਰਬਾਣੀ ਦਾ ਪਹਿਰਾ ਰੱਖੋ ਤੇ ਗੁਰਬਾਣੀ ਦੀ ਛਤਰ ਛਾਇਆ ਦੇ ਹੇਠ ਜ਼ਿੰਦਗੀ ਬਤੀਤ ਕਰੋ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਪਿਆਰਿਓ, 21ਵੀਂ ਅਸ਼ਟਪਦੀ ਦੀ ਸ਼ਲੋਕ ਸਮੇਤ ਪਹਿਲੀ ਪੌੜੀ ਦਾ ਆਪ ਜੀ ਨੇ ਪਾਠ ਅਤੇ ਵਿਚਾਰ ਸਰਵਣ ਕੀਤੇ ਹਨ। ਭੁੱਲ ਚੁੱਕ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।